ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਸਿਆਸਤ ਦੇ ਵਿੱਚ, ਦੇਸ਼ ਦੇ ਵਿੱਚ, ਜਾਂ ਮੈਂ ਕਹਾਂ ਦੇਸ਼ ਦੇ ਨਾਮ ਵਿੱਚ ਬਹੁਤ ਵੱਡਾ ਘਮਾਸਾਨ ਆਇਆ ਹੋਇਆ। ਘਮਾਸਾਨ ਕੀ ਹੈ? ਇੱਕ ਪਾਸੇ ਇੱਕ ਅਲਾਇੰਸ ਬਣਿਆ, ਸੋ ਕਾਲਡ ਅਲਾਇੰਸ, ਜਿਹਨੂੰ INDIA ਕਿਹਾ ਗਿਆ, ਜਿਹਨੂੰ ਆਪਾਂ ਨਾਰਮਲ ਕਹੀਏ ਤਾਂ ਇੰਡੀਆ ਹੀ ਲੱਗਦਾ। ਉਹ ਇੱਕ ਅਲਾਇੰਸ ਬਣਿਆ, ਉਹਨੇ ਬਹੁਤ ਵੱਡੀ ਇੱਕ ਟਰਮੋਇਲ ਕ੍ਰੀਏਟ ਕੀਤਾ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ। ਉਸ ਟਰਮੋਇਲ ਨੂੰ ਸ਼ਾਇਦ ਕਿਤੇ ਨਾ ਕਿਤੇ ਰੋਕਣ ਵਾਸਤੇ ਇੱਕ ਸਟ੍ਰੋਕ ਖੇਡਣ ਦੀ ਕੋਸ਼ਿਸ਼ ਕੀਤੀ ਗਈ, ਜਿਵੇਂ ਕਿਹਾ ਜਾਂਦਾ ਹੈ ਮੋਦੀ ਹੈ ਤਾਂ ਮੁਮਕਿਨ ਹੈ। ਸੋ ਮੋਦੀ ਦਲ ਵੱਲੋਂ, BJP ਵੱਲੋਂ ਜਾਂ ਉਹਨਾਂ ਦੀ ਟੀਮ ਵੱਲੋਂ ਇੱਕ ਸਿਸਟਮ ਚਲਾਇਆ ਗਿਆ, ਜੋ ਕਿਹਾ ਜਾ ਰਿਹਾ, ਜੋ ਸੋਚਿਆ ਜਾ ਰਿਹਾ ਕਿ ਇੰਡੀਆ ਨੂੰ ਹੁਣ ਭਾਰਤ ਕਰ ਦੇਣਾ ਚਾਹੀਦਾ। ਸਾਡੇ ਨਾਲ ਨੇ BJP ਦੇ ਲੀਡਰ, ਜੋ ਕਿ ਸਮਾਜ ਸੇਵੀ ਨੇ, ਉਹਨਾਂ ਨਾਲ ਗੱਲ ਕਰਾਂਗੇ ਕਿ ਕਿਉਂ ਇਸ ਚੀਜ਼ ਦੀ ਲੋੜ ਪਈ ਅੱਜ। ਮੈਮ हाँ जी, नमस्कार वैभव जी, थैंक यू। मैम, सवाल उठ रहा है, ठीक है, टैकल करना ज़रूरी है। कोई एक अगर इंडिया लेके आया या INDIA लेके आया, उन्हें टैकल करना ज़रूरी है। लेकिन इस चीज़ ਨੂੰ टैकल करने वास्ते या वोटां वास्ते या किसी अलायंस ਨੂੰ साइड ते करने वास्ते कि एडा वड्डा टर्मोइल या एडी वड्डी चीज़ लेके आनी ज़रूरी है कि इंडिया का नाम बदल के ही भारत कर देता जाए, या क्योंकि असल में बदल के ना कर देता जाए, क्योंकि भारत तो पहले ही है। हाँ, हुन सही बोले हो, हुन सही वाली तो गल ही नहीं, लेकिन ये कि इंडिया नु कर दिता जावे या एक नवा संशोधन लिया जावे या सिस्टम ही बदल दिता जावे, ये कित्थों तक जाए? ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਹਾਡੇ ਚੈਨਲ ਰਾਹੀਂ ਮੈਂ ਵੀ ਆਪਣੇ ਵਿਚਾਰ ਰੱਖਣ ਦਾ ਮੈਨੂੰ ਮੌਕਾ ਮਿਲ ਰਿਹਾ ਹੈ। ਗੱਲ ਪਾਰਟੀ ਦੀ ਤਾਂ ਹੈਗੀ ਹੈ, ਕਿਉਂਕਿ ਤੁਸੀਂ ਜਿਵੇਂ ਆਲਰੇਡੀ ਡਿਸਕਸ ਕਰ ਚੁੱਕੇ ਹੋ, ਪਰ ਇੱਕ ਬਹੁਤ ਵੱਡੀ ਗੱਲ ਜਿਹੜਾ ਇੱਕ ਫੈਕਟ ਨਿਕਲਦਾ ਹੈ ਵੀ ਕੁਝ ਨਵਾਂ ਅਸੀਂ ਕੁਝ ਨਹੀਂ ਕਰਨ ਜਾ ਰਹੇ। ਜੇ ਸਾਡਾ ਜਿਹੜੇ ਨੇਤਰਤਵ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬੈਠੇ ਹੈ, ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਹੈ, ਔਰ ਸਾਡਾ ਪੂਰਾ ਸੰਗਠਨ ਹੈ, ਜੋ ਅਗਰ ਕੋਈ ਗੱਲ ਕਰ ਰਿਹਾ ਉਸ 'ਚ ਕੋਈ ਬਦਲਾਵ ਨਹੀਂ, ਕੁਝ ਨਵਾਂ ਨਹੀਂ ਲੈ ਕੇ ਆ ਰਹੇ। ਕੰਸਟੀਟਿਊਸ਼ਨ 4 ਦੇ ਵਿੱਚ, ਸੰਵਿਧਾਨ ਦੇ ਵਿੱਚ ਸਾਡੇ ਅਨੁਛੇਦ 4 'ਚ ਲਿਖਿਆ ਹੋਇਆ ਕਿ ਇੰਡੀਆ ਦੈਟ ਇਜ਼ ਭਾਰਤ। ਤਾਂ ਮੈਨੂੰ ਲੱਗਦਾ ਇਹਦੇ ਉੱਤੇ ਚਰਚਾ ਦੀ ਲੋੜ ਪੈਣੀ ਨਹੀਂ ਚਾਹੀਦੀ, ਕਿਉਂਕਿ ਉਹਦੇ ਵਿੱਚ ਆਲਰੇਡੀ ਐਕਸੈਪਟਡ ਹੀ ਹੈ ਕਿ ਇੰਡੀਆ ਦੈਟ ਇਜ਼ ਭਾਰਤ। हाँ, लेकिन क्योंकि चर्चा छिड़ी है कि भारत ही रख दिता जाए, मैं ਇਹਦਾ ਬਹੁਤ ਵੱਡਾ ਰੀਜ਼ਨ ਮੰਨਦੀ ਹਾਂ, ਕਿਉਂਕਿ ਜਿੱਥੇ ਸਾਡੇ ਸੰਸਕਾਰ ਔਰ ਸਾਡੇ ਵੇਦ ਗ੍ਰੰਥ ਜੋ ਸਾਡੇ ਬੋਲਦੇ ਆ, ਵਿਸ਼ਨੂੰ ਪੁਰਾਣ 'ਚ ਵੀ ਇਹਦੇ ਬਾਰੇ ਲਿਖਿਆ ਕਿ ਸਮੁੰਦਰ ਕੇ ਉੱਤਰ ਤੋਂ ਲੈ ਕੇ ਹਿਮਾਲਯ ਦੇ ਦक्षिण ਤੱਕ ਸਾਰਾ ਭਾਰਤ ਹੈ, ਔਰ ਜੋ ਉਸ ਦੇ ਵਿੱਚ ਰਹਿੰਦੇ ਆ ਉਹ ਸਾਰੇ ਭਾਰਤੀ, ਔਰ ਭਾਰਤ ਦੀ ਸੰਤਾਨ ਹੈ ਸਾਰੇ। ਤਾਂ ਉਸ ਤੋਂ ਲੈ ਕੇ ਉਸ ਤੋਂ ਬਾਅਦ ਜਦੋਂ ਵੀ ਗੱਲ ਆਈ, ਮੈਨੂੰ ਲੱਗਦਾ ਹੈ ਕਿ ਸਾਡੇ ਆਹ ਸਿੱਕੇ ਵੀ ਇਹਨਾਂ ਦੇ ਉੱਪਰ ਵੀ ਕਈਆਂ ਦੇ ਆਪਣੀ ਜੋ ਸਾਡੀ ਲక్ష్ਮੀ ਜਿਹਨੂੰ ਆਪਾਂ ਕਹਿੰਦੇ, ਨੋਟਾਂ ਦੇ ਉੱਪਰ ਵੀ ਭਾਰਤ ਦਾ ਜ਼ਿਕਰ ਹੈਗਾ, ਔਰ ਕਾਫੀ ਚੀਜ਼ਾਂ ਤੇ ਭਾਰਤ ਦਾ ਜ਼ਿਕਰ ਹੈ। ਔਰ ਭਾਰਤ ਨੂੰ ਭਾਰਤ ਕਹਿਣਾ, ਅਗਰ ਅੱਜ ਅਸੀਂ ਉਹਨੂੰ ਸਰਟੀਫਾਈਡ ਪ੍ਰੋਪਰ ਕਰਾਂਗੇ ਕਿ ਇਹਨੂੰ ਭਾਰਤ ਹੀ ਕਹਿਣਾ ਹੈ, ਤਾਂ ਕਿਸੇ ਦਾ ਇਹ ਹੈ ਵੀ ਨਾਮ ਨੂੰ ਸਰਟੀਫਾਈਡ ਕੀਤਾ ਜਾ ਰਿਹਾ, ਇਹਦੇ ਵਿੱਚ ਕੁਝ ਨਹੀਂ ਹੈ। ਭਾਰਤ ਨੂੰ ਭਾਰਤ ਹੀ ਕਹਿ ਰਹੇ ਹਾਂ, ਔਰ ਪਹਿਲਾਂ ਵੀ ਭਾਰਤ ਹੀ ਕਹਿੰਦੇ ਸੀਗੇ, ਸਿਰਫ ਇੱਕ ਸਰਟੀਫਾਈਡ ਹੈ। ਕਿਉਂਕਿ ਮੈਂ ਵੈਭਵ ਜੀ, ਜਿਵੇਂ ਤੁਹਾਡਾ ਨਾਮ ਵੈਭਵ ਹੈ, ਮੇਰਾ ਨਾਮ ਵੀਨੂ ਗੋਇਲ ਹੈ, ਮੈਨੂੰ ਵੀ ਪਿਆਰ ਨਾਲ ਕਈ ਨਾਮ ਨਾਲ ਬੁਲਾਇਆ ਜਾਂਦਾ ਹੈ। ਤੁਸੀਂ ਉਹਦੇ ਵਿੱਚ ਇਹ ਵੀ ਦੇਖਿਆ ਹੋਊਗਾ ਇਤਿਹਾਸ ਦੇ ਅਗਰ ਪੰਨੇ ਫਰੋਲੀਏ ਤਾਂ ਕਿਸੇ ਟਾਈਮ ਹਿੰਦ, ਕਿਸੇ ਟਾਈਮ ਹਿੰਦੁਸਤਾਨ, ਹੈ ਨਾ। ਤੇ ਇਟ ਮੀਨ ਦੈਟ ਜਿਵੇਂ ਜਿਸ ਨੂੰ ਵਿਚਾਰ, ਜਿਵੇਂ ਈਸਟ ਇੰਡੀਆ ਕੰਪਨੀ ਆਈ, ਦੇ ਆਰ ਸੇਇੰਗ ਕਿ ਅਸੀਂ ਇੰਡੀਆ ਚ ਆਏ, ਕੰਪਨੀ ਈਸਟ ਇੰਡੀਆ ਕੰਪਨੀ, ਈਸਟ ਇੰਡੀਆ ਚ ਆਈ, ਮਤਲਬ ਦੈਟ ਕਾਲਡ ਈਸਟ ਇੰਡੀਆ ਕੰਪਨੀ, ਹੈ ਨਾ। ਤਾਂ ਮਤਲਬ ਆਪਣੇ ਅਕੋਰਡਿੰਗ ਜਿਵੇਂ ਜਿਵੇਂ ਇਤਿਹਾਸਕਾਰਾਂ ਨੇ ਨਾਮ ਰੱਖੇ ਉਵੇਂ ਉਵੇਂ ਬੋਲਦੇ ਗਏ। ਇਸ ਤਰ੍ਹਾਂ ਹੀ ਮੇਰਾ ਤੇ ਤੁਹਾਡਾ ਨਾਮ ਹੈ, ਸਾਡੇ ਘਰਦਿਆਂ ਨੇ, ਸਾਡੇ ਫਰੈਂਡਸ ਨੇ ਕੋਈ ਹੋਰ ਨਾਮ ਰੱਖਿਆ, ਸਾਡਾ ਨਿਕਨੇਮ ਕੁਝ ਹੋਰ ਹੈ, ਲੇਕਿਨ ਇੱਕ ਸਰਟੀਫਾਈਡ ਨਾਮ ਸਾਡਾ ਜ਼ਰੂਰ ਹੈ। ਜਿਵੇਂ ਮੇਰਾ ਨਾਮ ਵੀਨੂ ਗੋਇਲ, ਅਗਰ ਮੇਰੇ ਸਰਟੀਫਿਕੇਟਸ ਹੋਣਗੇ ਤਾਂ ਵੀਨੂ ਗੋਇਲ ਲਿਖਿਆ ਹੋਏਗਾ, ਅਗਰ ਮੇਰਾ ਕੋਈ ਡਾਕੂਮੈਂਟਸ ਹੋਊਗਾ ਤਾਂ ਵੀਨੂ ਗੋਇਲ ਲਿਖਿਆ ਹੋਏਗਾ। ਤਾਂ ਇਹ ਬਹੁਤ ਜ਼ਰੂਰੀ ਹੈ ਕਿ ਇੰਡੀਆ ਤੇ ਭਾਰਤ ਵਿੱਚ ਵੀ ਕੰਫਿਊਜ਼ਨ ਨਾ ਹੋਵੇ, ਕਿਉਂਕਿ ਕੁਝ ਡਾਕੂਮੈਂਟਸ ਇੰਡੀਆ 'ਚ ਹੋਣ, ਕੁਝ ਭਾਰਤ ਦੇ ਹੋਣ, ਤੇ ਇਹ ਵੀ ਪ੍ਰੋਪਰ ਸਰਟੀਫਾਈਡ ਕਰਾਂਗੇ। ਟੈਕਨੀਕਲ ਦੇਖਾਂ ਤਾਂ ਮੈਂ ਆਪਣੇ ਨਜ਼ਰੀਏ ਨਾਲ ਇਹਨੂੰ ਦੇਖਾਂ ਤੇ ਇਹਨੂੰ ਟੈਕਨੀਕਲ ਸਰਟੀਫਾਈਡ ਕਰਨਾ ਬਹੁਤ ਜ਼ਰੂਰੀ ਹੈ, ਔਰ ਬਿਲਕੁਲ ਸਹੀ ਸਟੈਪ ਹੈ ਅਗਰ ਇਹ ਫਾਈਨਲ ਹੁੰਦਾ ਹੈ ਕਿ ਭਾਰਤ ਜਿਹੜਾ ਹੈ ਸ਼ਬਦ ਹੀ ਯੂਜ਼ ਕੀਤਾ ਹੈ। ਪਿਆਰ ਨਾਲ, ਤੁਸੀਂ ਪਿਆਰ ਨਾਲ ਤਾਂ ਸਾਡੇ ਬੱਚੇ ਵੀ ਚੰਦਾ ਨੂੰ ਮਾਮਾ ਕਹਿੰਦੇ ਹੈਗੇ। ਮੈਮ, ਇਸ ਚੀਜ਼ ਦੇ ਵਿੱਚ ਇਹ ਜਿਹੜੀ ਬਹਿਸ ਚੱਲੀ ਹੈ, ਚਲੋ ਇੱਕ ਪੋਲੀਟੀਕਲ ਇਫੈਕਟ ਹੈ ਇੱਕ ਅਲਾਇੰਸ ਦੇ ਖਿਲਾਫ ਜਾਂ ਜੋ ਵੀ ਹੈ, ਅਗਰ ਆਪਾਂ ਉਸ ਦੀ ਗੱਲ ਨਾ ਕਰੀਏ, ਅਗਰ ਆਪਾਂ ਸਾਈਡ ਤੇ ਆਈਏ ਕਿ ਅਗਰ ਅੱਜ ਇੰਡੀਆ ਨੂੰ ਹਰ ਕਿਤੇ ਨੂੰ ਡਿਲੀਟ ਕੀਤਾ ਜਾਵੇ ਜਾਂ ਓਮਿਟ ਕੀਤਾ ਜਾਵੇ, ਉਹਨੂੰ ਰਿਪਲੇਸ ਕੀਤਾ ਜਾਵੇ ਭਾਰਤ ਦੇ ਨਾਲ, ਤਾਂ ਇਸਰੋ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, BCCI, ਹੋਰ ਪਤਾ ਨਹੀਂ ਕਿੰਨੇ ਕੁ ਕੰਪਨੀਆਂ ਨੇ, ਕਿੰਨੇ ਕੁ ਬੋਰਡ ਨੇ ਜਿਹੜਾ ਇੰਡੀਆ ਦੇ ਨਾਲ ਹੈ, ਏਮਸ, ਰਾਈਟ, ਉਹਦੇ 'ਚ ਵੀ ਇੰਡੀਆ ਆਉਂਦਾ, ਹਰ ਜਗ੍ਹਾ ਇੰਡੀਆ ਆਉਂਦਾ। ਇਹਦਾ ਮਤਲਬ
ਹਰ ਚੀਜ਼ ਨੂੰ ਚੇਂਜ ਕਰਨਾ ਪਏਗਾ। ਉਹਨੂੰ ਚੇਂਜ ਕਰਨ ਵਾਸਤੇ ਜਿਹੜਾ ਪੈਸਾ ਲੱਗੇਗਾ, ਹੂੰ ਜਿਹੜਾ ਸਭ ਕੁਝ ਹੋਏਗਾ, ਉਹਦਾ ਭਾਰ ਕੌਣ ਚੱਕੇਗਾ? ਦੇਖੋ ਜਿੱਥੋਂ ਤੱਕ ਗੱਲ ਰਹੀ, ਤੁਸੀਂ ਕਹਿੰਦੇ ਜਿੱਥੇ ਬੋਰਡ ਲੱਗੇ ਆ ਜੋ ਵੀ ਹੈ ਉਹ ਨਾਮ ਚੇਂਜ ਕਰਨੇ ਪੈਣਗੇ, ਹਨਾ? ਮੈਂ ਕੱਲੀ ਬੋਰਡ ਦੀ ਗੱਲ ਨਹੀਂ, ਚਲੋ ਸਟਾਰਟਿੰਗ ਇੱਥੋਂ ਕਰਦੇ ਆ ਨਾ, ਸਟਾਰਟਿੰਗ ਇੱਥੋਂ ਕਰਦੇ ਆ। ਬੋਰਡ ਹੈ, ਪੇਜ ਹੈ, ਮੇਰੀ ਲੈਟਰ ਪੈਡ ਹੈ, ਆਬਵੀਅਸਲੀ ਇਹਨਾਂ ਚੀਜ਼ਾਂ ਨੂੰ ਆਪਾਂ ਕਹਿੰਦੇ ਆ ਨਾ। ਜਾਂ ਫਿਰ ਪ੍ਰੋਪਰ ਤੁਸੀਂ ਕਹਿੰਦੇ ਕਿ ਇੰਸਟੀਟਿਊਸ਼ਨਸ ਦਾ ਨਾਮ, ਇੰਸਟੀਟਿਊਸ਼ਨਸ ਦਾ ਨਾਮ, ਸਰਟੀਫਿਕੇਟਸ, ਫਸਟ ਆਫ ਆਲ ਜੋ ਆਲਰੇਡੀ ਹੀ ਬੱਚਿਆਂ ਕੋਲ ਹੈਗੇ ਆਲਰੇਡੀ, ਜੋ ਮੈਨੂੰ ਲੱਗਦਾ ਹੈ, ਕਿਉਂਕਿ ਮੈਨੂੰ ਆਪਣੀ ਗਵਰਨਮੈਂਟ ਤੇ ਇਸ ਦਾ ਵਿਸ਼ਵਾਸ ਹੈ ਪੂਰਾ ਕਿ ਉਹ ਕੋਈ ਨਾ ਕੋਈ ਇਸ ਤਰ੍ਹਾਂ ਦਾ ਡਿਸੀਜਨ ਹੈ ਉਹਨਾਂ ਦਾ, ਜੋ ਵੀ ਹੋਗੇ ਫੈਸਲੇ ਲੈਣਗੇ ਉਹ ਮਾਨਨੀय ਹੋਣਗੇ। ਜੋ ਨਵਾਂ ਹੈ ਸਾਡਾ ਨਵਾਂ ਕਲਚਰ, ਜੋ ਨਵੀਂ ਜਿਹੜੀ ਅੱਜ ਤੋਂ ਬਾਅਦ ਐਕਸੈਪਟਡ ਹੋਏਗੀ ਉਹ ਭਾਰਤ ਦੇ ਨਾਮ ਨਾਲ ਐਕਸੈਪਟਡ ਹੋਏਗੀ। ਲੇਕਿਨ ਜਿਵੇਂ ਕਿਸੇ ਇੰਸਟੀਟਿਊਸ਼ਨ ਦੇ ਬਾਰੇ ਇੰਡੀਆ ਲਿਖਿਆ ਤਾਂ ਉਹ ਕੋਈ ਵੱਡੀ ਗੱਲ ਨਹੀਂ ਹੈਗੀ ਮੇਰੇ ਖਿਆਲ, ਕਿਉਂਕਿ ਮੈਨੂੰ ਲੱਗਦਾ ਵੈਸੇ ਵੀ ਅਗਰ ਮੈਂ ਵੀ ਆਪਣੇ ਨਾਮ ਦਾ ਬੋਰਡ ਬਾਰ ਵੀਨੂ ਗੋਇਲ ਲਗਾਇਆ ਔਰ ਮੈਨੂੰ ਲੱਗਦਾ ਸਾਲ 2 ਸਾਲ ਬਾਅਦ ਹੀ ਫੇਟ ਹੋਣਾ ਸ਼ੁਰੂ ਹੋ ਜਾਂਦਾ, ਉਹ ਮੈਂ ਚੇਂਜ ਕਰ ਸਕਦੀ ਹਾਂ, ਇਟ ਇਜ਼ ਈਜ਼ੀ। ਔਰ ਵੈਸੇ ਵੀ ਉਹ ਕਰਨਾ ਹੀ ਹੁੰਦਾ, ਮੈਂ ਉਸ ਬੋਰਡ ਦੀ ਠੀਕ ਹੈ ਨਾ। ਅਗਰ ਤੁਸੀਂ ਸਰਟੀਫਿਕੇਟਸ ਦੀ ਗੱਲ ਕਰਦੇ ਹੋ ਤਾਂ ਜੋ ਅੱਜ ਤੋਂ ਬਾਅਦ ਜੋ ਸਰਟੀਫਿਕੇਟਸ ਬਣਨਗੇ, ਜੋ ਡਾਕੂਮੈਂਟਸ ਬਣਨਗੇ, ਅਸੀਂ ਉੱਥੇ ਭਾਰਤ ਮੈਂਸ਼ਨ ਕਰੀਏ। ਲੇਕਿਨ ਇਹ ਗੱਲਾਂ ਸਭ ਬਾਅਦ ਦੀਆਂ। ਸਭ ਤੋਂ ਪਹਿਲਾਂ ਇਹ ਹੈ ਕਿ ਇਹ ਨਾਮ ਜ਼ਰੂਰੀ ਕਿਉਂ ਹੈ। ਇਹ ਨਾਮ ਇੱਕ ਸਰਟੀਫਾਈਡ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਅਗਰ ਅੱਜ ਵੀ ਤੁਸੀਂ ਇਹ ਪ੍ਰੋਬਲਮ ਕਹਿ ਰਹੇ ਹੋ, ਕੱਲ ਨੂੰ ਫਿਰ ਹੋਰ ਇਹ ਪ੍ਰੋਬਲਮਸ ਦਾ ਮਤਲਬ 1 ਮਿੰਟ ਲਈ ਤੁਸੀਂ ਸ਼ਾਂਤ ਕਰ ਸਕਦੇ ਹੋ। ਸਪੋਜ਼ ਤੁਸੀਂ ਕਹਿੰਦੇ ਹੋ ਅੱਜ ਭਾਰਤ ਨਹੀਂ ਰੱਖਣਾ, ਇੰਡੀਆ ਰਹਿਣ ਦਿਓ, ਠੀਕ ਹੈ। ਕੀ ਮੈਨੂੰ ਇਹ ਦੱਸੋ ਕਿ ਇੰਡੀਆ ਦੀ ਅੱਧੇ ਜਿਹੜੇ ਇੰਸਟੀਟਿਊਸ਼ਨ ਹੈ, ਅੱਧੀ ਪ੍ਰਾਪਰਟੀਜ਼ ਹੈ, ਅੱਧੇ ਡਾਕੂਮੈਂਟਸ ਹੈ, ਹਾਫ ਅਗਰ ਕਰ ਲਈਏ ਉਹਨਾਂ ਨੂੰ, ਕਿ ਕਈਆਂ ਤੇ ਇੰਡੀਆ ਤੇ ਕਈਆਂ ਤੇ ਭਾਰਤ ਨਹੀਂ ਹੈ, ਹੈ ਨਾ। ਇਸ ਚੀਜ਼ ਨੂੰ ਤਾਂ ਖਤਮ ਕਰਨ ਵਾਸਤੇ ਕਿ ਇਨ ਫਿਊਚਰ ਇਹ ਪ੍ਰੋਬਲਮ ਫੇਸ ਨਾ ਕਰਨੀ ਪਵੇ, ਤਾਂ ਮੈਂ ਤਾਂ ਕਹਿੰਦੀ ਹਾਂ ਸਭ ਨੂੰ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਖੜੇ ਹੋ ਕੇ ਕਹਿਣਾ ਚਾਹੀਦਾ ਹੈ ਕਿ ਭਾਰਤ ਹੀ ਕਰੋ, ਤਾਂ ਕਿ ਇਨ ਫਿਊਚਰ ਜਿਹੜੀ ਪ੍ਰੋਬਲਮ ਅਸੀਂ ਅੱਜ ਦੋਨੇ ਬੈਠੇ ਡਿਸਕਸ ਕਰ ਰਹੇ ਹਾਂ, ਇਹ ਪ੍ਰੋਬਲਮ ਆਉਣ ਵਾਲੇ 100 ਸਾਲਾਂ 500 ਸਾਲਾਂ ਚ ਡਿਸਕਸ ਹੀ ਨਾ ਕਰਨੀ ਪਵੇ, ਕਿ ਭਾਰਤ ਵਿਲ ਬੀ ਭਾਰਤ ਇਨ ਐਵਰੀਵੇਅਰ। ਓਕੇ, ਸੋ ਉਹੀ ਚੀਜ਼ ਹੈ ਮੈਮ, ਇਹਦੇ ਵਿੱਚ ਇੰਪਲੀਕੇਸ਼ਨਸ ਬਹੁਤ, ਆਈਡੀਆ ਬਹੁਤ ਵਨ ਟਾਈਮ ਹੈ ਨਾ, ਵਨ ਟਾਈਮ ਜੋ ਪੈਸਾ ਲੱਗੇਗਾ। ਅਗਰ ਨੋਟਬੰਦੀ ਫਿਰ ਕਰਨੀ ਪਏਗੀ, ਜਿਹਦੇ ਤੋਂ ਅੱਜ ਤੱਕ ਅਸੀਂ ਉਭਰੇ ਨਹੀਂ, ਚਲੋ ਨੋਟਬੰਦੀ ਹੋ ਜਾਏਗੀ ਨਾ ਇੱਕ ਤਰ੍ਹਾਂ ਦੀ, ਕਿਉਂਕਿ ਸਾਰੇ ਨੋਟ ਦੇ ਉੱਤੇ ਰਿਪਬਲਿਕ ਆਫ ਇੰਡੀਆ ਜਾਂ ਗਵਰਨਰ ਆਫ ਇੰਡੀਆ ਜਾਂ ਸਾਰਾ ਕੁਝ ਇੰਡੀਆ ਦੇ ਵਿੱਚ ਹੀ ਲਿਖਿਆ ਹੋਇਆ। ਅਗਰ ਨੋਟ ਅਗਰ ਆਪਾਂ ਚੱਕ ਲਈਏ, ਉੱਥੇ ਭਾਰਤ ਦਾ ਬਹੁਤ ਘੱਟ ਜਗ੍ਹਾ ਦੇ ਵਿੱਚ ਸੰਖੇਪ ਹੈ, ਸਾਰਾ ਇੰਡੀਆ ਦੇ ਉੱਤੇ। ਰਿਜ਼ਰਵ ਬੈਂਕ ਆਫ ਇੰਡੀਆ, ਦੇਖੋ ਨੋਟਬੰਦੀ ਜਿਹੜਾ ਹੈ ਉਹ ਡੈਫਿਸਿਟ ਤੇ ਜਿਹੜਾ ਹੈ ਇਹਦੇ ਨਾਲ ਕਾਫੀ ਤੁਸੀਂ ਘਾਟੇ ਦੀ, ਜਿਹਨੂੰ ਵਿੱਤੀ ਅਵਸਥਾ ਕਹਿੰਦੇ ਆ ਪੰਜਾਬੀ ਦੇ ਵਿੱਚ, ਉਹਨੂੰ ਸੈੱਟ ਕਰਨ ਲਈ ਇਹ ਤੁਹਾਨੂੰ ਪਤਾ ਟਾਈਮ ਟੂ ਟਾਈਮ ਹੁੰਦੀ ਵੀ ਰਹੀ ਹੈ, ਠੀਕ ਹੈ ਨਾ। ਉਹ ਇੱਕ ਸਿਸਟਮ ਹੈ, ਠੀਕ ਹੈ। ਲੇਕਿਨ ਜਿਹੜਾ ਇਹ ਨਾਮ, ਇੱਕ ਨਾਮ ਰੱਖਿਆ ਜਾ ਰਿਹਾ, ਇੱਕ ਨਾਮ ਨੂੰ ਸਰਟੀਫਾਈਡ ਕੀਤਾ, ਰੱਖਿਆ ਵੀ ਨਹੀਂ ਜਾ ਰਿਹਾ, ਇੱਕ ਨਾਮ ਹੈ ਜਿਹੜਾ ਸਰਟੀਫਾਈਡ ਕੀਤਾ ਜਾ ਰਿਹਾ, ਉਹ ਨਾਮ ਪ੍ਰੋਪਰ ਤਾਂ ਪਹਿਲਾਂ ਹੀ ਹੈ। ਨਹੀਂ ਸਰਟੀਫਾਈਡ ਨਹੀਂ, ਬਟ ਵਾਈ, ਅਗਰ ਸਰਟੀਫਾਈਡ ਪਹਿਲਾਂ ਹੀ ਹੈ ਤਾਂ ਫਿਰ ਇੰਡੀਆ ਕਿਤੇ ਇੰਡੀਆ ਔਰ ਕਿਤੇ ਭਾਰਤ ਕਿਉਂ? ਵਾਈ ਸ਼ੁਡ ਨॉट ਭਾਰਤ? ਫਿਰ ਇਹਦਾ ਹਿੰਦੁਸਤਾਨ ਵੀ ਹੋ ਜਾਏਗਾ, ਫਿਰ ਤਾਂ ਕੱਲ ਨੂੰ ਕਈ ਲੋਕ ਹਿੰਦੁਸਤਾਨ ਵੀ ਯੂਜ਼ ਕਰਨ ਲੱਗ ਜਾਣਗੇ। ਬਿਲਕੁਲ, ਅਗਰ ਤੁਸੀਂ ਹੁਣ ਜਿਵੇਂ ਹਿੰਦੁਸਤਾਨ ਦੀ ਗੱਲ ਕੀਤੀ ਹੈ ਨਾ, ਹਿੰਦੁਸਤਾਨ ਕਈ ਜਗ੍ਹਾ ਤੇ, ਮੈਂ ਨਾਮ ਨਹੀਂ ਲਊਂਗੀ AB ਫਰਮ ਦਾ, ਹੈ ਨਾ, ਹਿੰਦੁਸਤਾਨ ਵੀ। ਲੇਕਿਨ ਇਨ ਫਿਊਚਰ ਸਾਡੇ ਬੱਚਿਆਂ ਨੂੰ, ਸਾਡੇ ਫਿਊਚਰ ਨੂੰ ਇੱਕ ਸਰਟੀਫਾਈਡ ਨੇਮ ਹੋ ਜਾਏਗਾ ਕਿ ਅਗਰ ਭਾਰਤ ਨੂੰ ਭਾਰਤ ਕਹਿਣਾ ਤਾਂ ਭਾਰਤ। ਅਗਰ ਮੈਂ ਬਠਿੰਡਾ, ਚਲੋ ਮੈਂ ਬਠਿੰਡੇ ਦੀ ਐਗਜ਼ਾਮਪਲ ਹੈ, ਆਈ ਐਮ ਲਿਵਿੰਗ ਇਨ ਬਠਿੰਡਾ ਇਜ਼ ਬਠਿੰਡਾ, ਠੀਕ ਹੈ ਨਾ, ਨਾਮ ਤਾਂ ਨਾਮ ਹੀ ਹੈ ਨਾ। ਇਹਦੀ ਕੋਈ ਟ੍ਰਾਂਸਲੇਸ਼ਨ ਤਾਂ ਨਹੀਂ। ਤੁਸੀਂ ਇਹ ਦੇਖੋ, ਮੇਰੇ ਬੱਚੇ ਜਦੋਂ ਬਿਕੋਜ਼ ਆਈ ਐਮ ਆਲਸੋ ਪ੍ਰਿੰਸੀਪਲ, 17 ਈਅਰ ਦੀ ਮੈਂ ਵੀ ਟੀਚਿੰਗ ਕੀਤੀ ਹੈ, ਇੰਗਲਿਸ਼ ਜਦੋਂ ਕੁਐਸਚਨ ਆਉਂਦਾ ਵਾਟ ਇਜ਼ ਦਾ ਕੈਪੀਟਲ ਆਫ ਇੰਡੀਆ, ਬਿਲਕੁਲ ਠੀਕ ਹੈ, ਉਸ ਤੋਂ ਬਾਅਦ ਵਾਟ ਇਜ਼ ਦਾ ਕੈਪੀਟਲ ਆਫ ਇੰਡੀਆ, ਕੈਪੀਟਲ ਇਟਸ ਓਕੇ, ਕਿਉਂਕਿ ਉਹ ਇੱਕ ਅਨੁਵਾਦ ਹੋ ਗਿਆ, ਠੀਕ ਹੈ। ਲੇਕਿਨ ਜਦੋਂ ਉਹਨੂੰ ਹਿੰਦੀ 'ਚ ਕਰਦੇ ਹਾਂ ਤਾਂ ਸਾਡੀ ਹਿੰਦੀ ਦੇ ਬੁੱਕ 'ਚ ਲਿਖਿਆ ਹੁੰਦਾ भारत की राजधानी कौन सी है, कि इंडिया और भारत ट्रांसलेटिव वर्ड है, कि इंडिया दी अगर बठिंडा दी ट्रांसलेशन है नहीं, पंजाब दी ट्रांसलेशन है नहीं, थोड़े नाम दी ट्रांसलेशन है नहीं, मेरे नाम दी ट्रांसलेशन है नहीं, फिर भारत दी ट्रांसलेशन क्यों? भारत विल बी भारत एंड ऑलवेज विल बी। और सिंस उस टाइम तो जो तो इंसानी नाम दी गल भी नहीं हुंदी सी, भारत उदों भी भारत ही सी, अज भी भारत ही। हुण गल एक होर है जी, इंटलेक्चुअल्स गल कर रहे हैं और एक्चुअल कितना कितने ठीक भी है। भारत एक्चुअली नाम भारत तक कदे भी नहीं सी, भारत वर्ष सी। फिर भारत क्यों रखा जाए, भारत वर्ष क्यों ना रखा जाए, क्योंकि ओरिजिनल चलो तुसी इन्ना तो मन्ने भारत वर्ष सी, भारत ता सी ना। हां नहीं, अगर विष्णु पुराण या अगर कौशल्या दे बेटे भारत ਦਾ ਗੱਲ ਕੀਤੀ ਜਾਵੇ ਤਾਂ ਉੱਥੋਂ ਭਾਰਤ ਵਰਸ਼ ਆਇਆ ਸੀ, ਉਹਨਾਂ ਦੀ ਟੈਰੀਟਰੀ ਸੀ ਜੀ। ਲੇਕਿਨ ਉਹਨਾਂ ਦੀ ਟੈਰੀਟਰੀ ਦੇ ਵਿੱਚ ਸ਼ਾਇਦ ਪੰਜਾਬ ਨਹੀਂ ਸੀ, ਉਹਨਾਂ ਦੀ ਟੈਰੀਟਰੀ ਦੇ ਵਿੱਚ ਸ਼ਾਇਦ ਨਾਰਥ ਈਸਟ ਨਹੀਂ ਸੀ, ਉਹਨਾਂ ਦੀ ਟੈਰੀਟਰੀ ਦੇ ਵਿੱਚ ਸ਼ਾਇਦ ਕਸ਼ਮੀਰ ਵੀ ਨਹੀਂ ਸੀ, ਰਾਈਟ, ਦੇਖੋ ਗੋਆ ਵੀ ਨਹੀਂ ਸੀ ਸ਼ਾਇਦ ਉਹਦੇ ਵਿੱਚ।
ਠੀਕ ਹੈ, ਔਰ ਕਈ ਇਹੋ ਜਿਹੇ ਪਾਰਟ ਸੀ ਜਿਹੜੇ ਨਹੀਂ ਸੀ, ਠੀਕ ਹੈ, ਲੇਕਿਨ ਸਾਰਿਆਂ ਨੂੰ ਮਿਲਾ ਕੇ ਯੂਨੀਅਨ ਆਫ ਇੰਡੀਆ ਬਣਾਇਆ ਗਿਆ, ਕਿਉਂਕਿ ਜੋ ਐਕਚੁਅਲ ਨੇਮ ਜੋ ਇੰਡੀਆ ਆਪਾਂ ਕਹਿੰਦੇ ਹਾਂ ਐਕਚੁਅਲ ਦੇ ਵਿੱਚ ਜੋ ਯੂਨੀਅਨ ਆਫ ਇੰਡੀਆ ਹੈ, ਜਿਹੜਾ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਹੈ, ਯੂਨੀਅਨ ਆਫ ਇੰਡੀਆ, ਯੂਨੀਅਨ ਆਫ ਸਟੇਟਸ ਹੈ ਇੰਡੀਆ। ਭਾਰਤ ਜਿਹੜਾ ਇੱਕ ਦੇਸ਼ ਸੀਗਾ, ਲੇਕਿਨ ਉਹ ਪੂਰਾ ਭਾਰਤ ਅੱਜ ਉਹ ਨਹੀਂ ਆ, ਭਾਰਤ ਉਸ ਤੋਂ ਜ਼ਿਆਦਾ ਵੱਡਾ ਹੈ ਅੱਜ ਦੀ ਡੇਟ ਦੇ ਵਿੱਚ, ਇੰਡੀਆ ਉਸ ਤੋਂ ਜ਼ਿਆਦਾ ਵੱਡਾ ਹੈ ਇੰਡੀਆ ਦੇ ਵਿੱਚ, ਲੇਕਿਨ ਆਪਾਂ ਭਾਰਤ ਤੇ ਉਹ ਇੱਕੋ ਮੰਨਦੇ ਹਾਂ, ਕਿਉਂਕਿ ਫਰਸਟ ਲਾਈਨ ਹੀ ਇਹ ਹੈ ਇੰਡੀਆ ਵਿਚ ਇਜ਼ ਭਾਰਤ, ਰਾਈਟ, ਇਹ ਫਰਸਟ ਲਾਈਨ ਹੈ ਆਪਣੀ ਕਨਸਟੀਟਿਊਸ਼ਨ ਦੀ, ਇੱਥੋਂ ਹੀ ਸਟਾਰਟ ਹੁੰਦਾ ਕਨਸਟੀਟਿਊਸ਼ਨ। ਇਸ ਚੀਜ਼ ਨੂੰ ਉਭਾਰਨ ਦੀ ਹੁਣ ਕੀ ਲੋੜ ਸੀ, ਇਹ ਪੋਲੀਟੀਕਲ ਕੁਐਸਚਨ ਹੈ ਕਿ ਹੁਣ ਉਭਾਰਨ ਦੀ ਕੀ ਲੋੜ ਸੀ, ਕੀ ਇਹ ਇੰਡੀਆ ਕਰਕੇ ਉਭਾਰਿਆ ਗਿਆ, INDIA ਜਿਹੜਾ ਅਲਾਈਅੰਸ ਬਣਿਆ ਉਹਦੇ ਕਰਕੇ ਉਭਾਰਿਆ ਗਿਆ, ਜਾਂ ਅਗਰ ਇਹ ਪਹਿਲਾਂ ਤੋਂ ਸੀਗਾ ਤੇ ਹਾਲੇ ਤੱਕ ਤਾਂ ਚੀਜ਼ਾਂ ਚੇਂਜ ਹੋਣੀਆਂ ਸ਼ੁਰੂ ਹੋ ਜਾਣੀਆਂ, ਜਿਹੜੇ 10 ਸਾਲ ਹੋ ਗਏ ਮੋਦੀ ਜੀ ਨੂੰ ਆਏ ਨੂੰ। ਦੇਖੋ ਫਸਟ ਆਫ ਆਲ ਕੋਈ ਵੀ ਚੀਜ਼ ਜਦੋਂ ਚੇਂਜ ਹੁੰਦੀ ਹੈ, ਇਹ ਨਹੀਂ ਹੈ ਵੀ ਦੇਖੋ ਮੈਂ ਵੀ ਚਾਹੇ ਮੈਂ ਆਪਣੇ ਆਫਿਸ 'ਚ ਬੈਠੀ ਹਾਂ, ਮੌਕੇ ਤੇ ਡਿਸੀਜਨ ਮੈਂ ਨਹੀਂ ਲੈ ਸਕਦੀ ਕਿ ਕੱਲ ਤੋਂ ਇਸ ਤਰ੍ਹਾਂ ਹੋਏਗਾ, ਫਸਟ ਆਫ ਆਲ, ਠੀਕ ਹੈ। ਅਗਰ ਤੁਸੀਂ ਇਹ ਸੋਚਦੇ ਹੋ ਕਿ ਜੋ ਆਪੋਜੀਸ਼ਨ ਪਾਰਟੀਆਂ ਉਹ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਉਹਨਾਂ ਨੇ ਉਹਦਾ ਇੰਡੀਆ ਨਾਮ ਹੈ ਜਿਹੜਾ ਫੁੱਲ ਫਾਰਮ ਕੁਝ ਹੋ ਰਿਹਾ, ਇੰਡੀਆ ਰੱਖ ਲਿਆ ਉਹਦਾ ਨਾਮ, ਤੇ ਉਸੇ ਟਾਈਮ ਮੋਦੀ ਜੀ ਨੇ ਨਾਲ ਦੀ ਨਾਲ ਡਿਸੀਜਨ ਲੈ ਲਿਆ ਕਿ ਨਹੀਂ ਭਾਰਤ ਹੋਣਾ ਚਾਹੀਦਾ, ਦੈਟ ਇਜ਼ ਨਾਟ, ਇੱਕ ਲੰਬੀ ਪ੍ਰੋਸੈਸ ਹੁੰਦੀ ਹੈ, ਉਸ ਤੇ ਪੂਰਾ ਵਿਸ਼ਲੇਸ਼ਣ ਹੁੰਦਾ ਹੈ, ਐਨਾਲਿਸਿਸ ਹੁੰਦੀ ਹੈ, ਇਹ ਗੱਲ ਅੱਜ ਦੀ ਨਹੀਂ ਚੱਲ ਰਹੀ। ਔਰ ਮੈਂ ਤੁਹਾਨੂੰ ਇਹ ਵੀ ਯਾਦ ਕਰਾਉਣਾ ਚਾਹੂੰਗੀ ਕਿ ਇਸ ਭਾਰਤ ਦੇ ਟੌਪਿਕ ਤੇ ਕਈ ਵਾਰ ਪਹਿਲਾਂ ਵੀ ਚਰਚਾ ਛਿੜ ਚੁੱਕੀ ਹੈ, ਕਾਫੀ ਵਾਰ, ਦਿਸ ਇਜ਼ ਨਾਟ ਫਸਟ ਟਾਈਮ। ਗੱਲਾਂ ਨੂੰ ਅਮਲੀ ਰੂਪ ਐ ਤਾਂ ਫਿਰ ਤੁਸੀਂ ਮੇਰੀ ਗੱਲ ਸੁਣੋ, ਅਯੋਧਿਆ ਬਾਰੇ ਵੀ ਬਹੁਤ ਵਾਰ ਗੱਲਾਂ ਛਿੜ ਚੁੱਕੀਆਂ, ਅਯੋਧਿਆ ਦਾ ਚੈਪਟਰ ਖੁੱਲਦਾ ਸੀ ਬੰਦ ਹੋ ਜਾਂਦਾ ਸੀ, ਖੁੱਲਦਾ ਸੀ ਬੰਦ ਹੋ ਜਾਂਦਾ ਸੀ, ਅਮਲੀ ਰੂਪ ਕਿਹਨੇ ਦਿੱਤਾ? ਤੁਹਾਡੇ ਸਾਹਮਣੇ ਕੋਰਟ ਨੇ ਦਿੱਤਾ, ਕਿਹਦੇ ਨੇਤਰਤਵ ਚ ਦਿੱਤਾ, ਅੱਜ ਤੱਕ ਫੈਸਲੇ ਕਿਉਂ ਨਹੀਂ ਹੋਏ? ਮਤਲਬ ਤੁਸੀਂ ਮੰਨ ਰਹੇ ਹੋ ਕਿ ਮੋਦੀ ਜੀ ਨੇ ਕਰਵਾਇਆ ਜੋ ਕਰਵਾਇਆ? ਨਹੀਂ ਕਨਸਟੀਟਿਊਸ਼ਨ, ਇੱਕ ਮਿੰਟ ਮੈਂ ਤੁਹਾਡੀ ਗੱਲ, ਮੈਂ ਇੱਕ ਮਿੰਟ ਤੁਹਾਨੂੰ ਇਹ ਗੱਲ ਕਹਿ ਰਹੀ ਹਾਂ, ਚਰਚਾਵਾਂ ਬਹੁਤ ਟਾਈਮ ਤੋਂ ਛਿੜਦੀਆਂ ਵੀ ਕੋਈ ਅੱਛਾ ਕੰਮ ਕਰਨਾ ਹੈ, ਚਰਚਾਵਾਂ ਚਲਦੀਆਂ ਰਹਿੰਦੀਆਂ, ਲੇਕਿਨ ਸਹੀ ਮੌਕੇ ਤੇ ਜਿਹੜਾ ਹੈ ਡਿਸੀਜਨ ਕੋਈ ਨਹੀਂ ਲੈ ਪੈਂਦਾ, ਪਾਰਟੀਆਂ ਆਉਂਦੀਆਂ ਚਲੀਆਂ ਜਾਂਦੀਆਂ। ਇਸੇ ਲਈ ਜਿਹੜਾ ਭਾਰਤ ਨਾਮ ਰੱਖਣਾ ਜਿਹੜਾ ਹੈ, ਭਾਰਤ ਕਹਿਣਾ, ਇਹਨੂੰ ਭਾਰਤ ਨੂੰ ਭਾਰਤ ਕਹਿਣਾ, ਮੈਂ ਇੰਡੀਆ ਵੀ ਨੂੰ ਭਾਰਤ ਨੂੰ ਭਾਰਤ ਕਹਿਣਾ, ਇਹਦੇ ਬਾਰੇ ਚਰਚਾ ਬਹੁਤ ਛਿੜਦੀਆਂ ਰਹੀਆਂ। ਔਰ ਜਦੋਂ ਮਾਨਨੀय ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਆਈ, ਉਸ ਟਾਈਮ ਤੋਂ ਵਿਸ਼ੇ ਵੀ ਇਸ ਤੇ ਚਰਚਾ ਹੁੰਦੀ ਰਹੀ, ਲੇਕਿਨ ਅੱਜ ਅਗਰ ਉਹਨਾਂ ਨੇ ਖੁੱਲ੍ਹ ਕੇ ਇਹ ਗੱਲ ਕਹੀ ਹੈ ਤਾਂ ਮੈਂ ਸਲੂਟ ਕਰਦੀ ਹਾਂ ਕਿ ਚਲੋ ਜਿਸ ਤਰ੍ਹਾਂ ਬਾਕੀ ਜਿਹੜੀਆਂ ਚੀਜ਼ਾਂ ਚਰਚਾ ਤੱਕ ਹੀ ਸੀ ਉਹਨਾਂ ਨੂੰ ਪ੍ਰੈਕਟੀਕਲ ਜਾਮੇ ਪਹਿਨਾਏ ਹੈ, ਜਿਵੇਂ ਤੁਸੀਂ ਹੁਣ ਅਯੋਧਿਆ ਦੀ ਵੀ ਗੱਲ ਕੀਤੀ, ਉਹਦੇ ਉੱਪਰ ਫੁੱਲ ਫੋਕਸ ਰੱਖਿਆ ਕਿ ਇਹਨੂੰ ਕਿਵੇਂ ਕਾਮਯਾਬ ਕਰਨਾ ਹੈ, ਔਰ ਲੋਕ ਪਬਲਿਕ ਦੀ ਹਰ ਦੇਸ਼ਵਾਸੀ ਦੀ ਲੰਬੇ ਟਾਈਮ ਤੋਂ ਇੱਛਾ ਸੀ, ਔਰ ਤੁਸੀਂ ਲੋਕਾਂ 'ਚ ਖੁਸ਼ੀ ਵੀ ਦੇਖੀ ਸੀ ਜੀ ਸੀਗੀ, ਠੀਕ ਹੈ। ਤਾਂ ਤੇ ਇਸ ਦੇ ਨਾਲ ਵੀ ਲੋਕਾਂ ਦੇ ਸੈਂਟੀਮੈਂਟਸ ਬਹੁਤ ਜੁੜੇ ਆ, ਔਰ ਭਾਰਤ ਦਾ ਮੈਨੂੰ ਨਹੀਂ ਲੱਗਦਾ, ਅੱਜ ਮੈਂ ਮਾਰਨਿੰਗ ਇੱਕ ਲੇਟੈਸਟ ਨਿਊਜ਼ ਵੀ ਸੁਣ ਰਹੀ ਸੀ, ਸਾਡੇ ਆਪਣੇ ਕੀ ਨਾਮ ਹੈ ਕ੍ਰਿਕਟਰ ਨੇ ਸਹਿਵਾਗ, ਤਾਂ ਉਹ ਖੁਦ ਕਹਿ ਰਹੇ ਸੀਗੇ ਕਿ ਜਿਹੜੀਆਂ ਟੀ-ਸ਼ਰਟਸ ਹੈ ਸਾਡੀਆਂ ਜਿਹੜੀਆਂ ਹੁਣ ਆਉਣਗੀਆਂ ਤਾਂ ਇੰਡੀਆ ਦੀ ਜਗ੍ਹਾ ਤੇ ਮੋਦੀ ਜੀ ਨੂੰ ਰਿਕੁਐਸਟ ਕੀਤੀ ਕਿ ਭਾਰਤ ਲਿਖਿਆ ਜਾਵੇ, ਭਾਰਤ ਦੀ ਟੀਮ ਹੈ ਇਹ, ਤਾਂ ਵੀ ਫੀਲ ਪ੍ਰਾਊਡ। ਸੋ ਭਾਰਤੀ ਨਾ ਹੋਣ ਤੇ ਕਦੇ ਵੀ ਨਾ ਹੋਣ ਤੇ ਜਾਂ ਹੋਣ ਤੇ ਫਸਟ ਆਫ ਆਲ ਜੇ ਮੈਂ ਸਵਦੇਸ਼ੀ ਦੀ ਵੀ ਗੱਲ ਕਰੂੰਗੀ ਇੱਥੇ, ਬਿਕੋਜ਼ ਸਵਦੇਸ਼ੀ ਭਾਰਤ ਦੀ ਵੀ ਗੱਲ ਅਗਰ ਮੈਂ ਕਰਾਂ ਨਾ, ਸਵਦੇਸ਼ੀ ਭਾਰਤ ਦੀ, ਤਾਂ ਅਗਰ ਇੰਡੀਆ ਦੀ ਟ੍ਰਾਂਸਲੇਸ਼ਨ ਭਾਰਤ ਹੈ ਤਾਂ ਵੀ ਵਿਲ ਐਕਸੈਪਟ ਇੰਡੀਆ, ਵੀ ਵਿਲ ਐਕਸੈਪਟ ਭਾਰਤ। ਅਗਰ ਕਿਉਂਕਿ ਇਹਦੇ ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਦੇ ਚੁੱਕੀ ਕਿ ਟ੍ਰਾਂਸਲੇਟ ਕਿਉਂ ਕੀਤਾ ਜਾ ਰਿਹਾ, ਭਾਰਤ ਇਜ਼ ਭਾਰਤ, ਫਿਰ ਇੰਗਲਿਸ਼ 'ਚ ਵੀ ਇੰਡੀਆ ਨਹੀਂ ਲਿਖਿਆ ਜਾਣਾ ਚਾਹੀਦਾ, ਭਾਰਤ ਹੀ ਲਿਖਿਆ ਜਾਣਾ ਚਾਹੀਦਾ। ਟ੍ਰਾਂਸਲੇਸ਼ਨ ਔਰ ਸਿਨੋਨਿਮ ਦੇ ਵਿੱਚ ਬਹੁਤ ਫਰਕ ਹੁੰਦਾ, ਸਿਨੋਨਿਮ ਕਹ ਲਓ, ਨੈਕਸਟ ਨੇਮ ਕਹ ਲਓ, ਅਨਦਰ ਨੇਮ ਕਹ ਲਓ, ਆਲਸੋ ਨੋਨ ਐਜ਼ ਕਹ ਲਓ, ਠੀਕ ਹੈ। ਫਿਰ ਇੰਡੀਆ ਪੰਜਾਬੀ 'ਚ ਕਿਉਂ ਨਹੀਂ ਲਿਖਿਆ ਜਾਂਦਾ? ਇੰਡੀਆ ਭਾਰਤ, ਕਿਉਂਕਿ ਆਪਾਂ ਭਾਰਤ ਯੂਜ਼ ਕਰਦੇ ਹਾਂ, ਪਰ ਭਾਰਤ ਹੀ ਯੂਜ਼ ਕਰ ਰਹੇ ਹਾਂ, ਫਿਰ ਉਹ ਸਰਟੀਫਾਈਡ ਕਰ ਰਹੇ ਨਾ, ਭਾਰਤ ਲੋਕਲ ਲੈਂਗੁਏਜ ਦੇ ਵਿੱਚ ਉਹਨੂੰ ਭਾਰਤ ਯੂਜ਼ ਕਰ ਰਹੇ ਹਾਂ, ਹਰ ਜਗ੍ਹਾ ਕਰ ਰਹੇ ਹਾਂ। ਕੋਈ ਕਹਿੰਦੇ ਤੁਸੀਂ ਭਾਰਤੀ ਹੋ, ਹਾਂ ਅਸੀਂ ਹਾਂ, ਕਿਸੇ ਨੇ ਕਦੇ ਸੋਚ ਕੇ ਕਿਹਾ ਕਿ ਨਹੀਂ ਅਸੀਂ ਇੰਡੀਅਨ ਆ? ਕੋਈ ਨਹੀਂ ਕਹਿੰਦਾ, ਅਗਲਾ ਕਹਿੰਦਾ ਭਾਰਤੀ ਹੈ, ਹਾਂ ਹੈ, ਇਹਦੇ ਚ ਤਾਂ ਔਰ ਆਪਾਂ ਨਹੀਂ ਇੰਗਲਿਸ਼ ਚ ਜਦੋਂ ਬੋਲਦੇ ਵੀ ਆਲ ਆਰ ਇੰਡੀਅਨਸ ਬੋਲਦੇ ਆ, ਔਰ ਜਦੋਂ ਪੰਜਾਬੀ ਚ ਕਹਿੰਦੇ ਅਸੀਂ ਸਾਰੇ ਭਾਰਤੀ ਹੈਗੇ। ਹਾਂ ਬਿਲਕੁਲ ਇਹੀ ਹੋ ਰਿਹਾ, ਮਤਲਬ ਅਗਰ ਕੋਈ ਕਹਿੰਦਾ ਤੁਸੀਂ ਭਾਰਤੀ ਹੋ, ਕਦੇ ਕਿਸੇ ਨੇ ਮੁੜ ਕੇ ਤਾਂ ਕੱਲ ਕਹੀ ਨਹੀਂ ਕਿ ਅਸੀਂ ਇੰਡੀਅਨ, ਜਾਂ ਕਿਸੇ ਨੇ ਇੰਡੀਅਨ ਕਿਹਾ, ਕਿਸੇ ਨੇ ਇਹ ਨਹੀਂ ਕਿਹਾ ਕਿ ਮੈਂ ਭਾਰਤੀ ਹਾਂ, ਕਿਉਂਕਿ ਵਨ ਐਂਡ ਦ ਸੇਮ ਥਿੰਗ, ਆਪਾਂ ਇੱਕੋ ਗੱਲ ਸਮਝਦੇ ਹਾਂ। ਬਸ ਫਿਰ ਗੱਲ ਉਹ ਨਹੀਂ ਹੈ, ਗੱਲ ਇਸ ਚੀਜ਼ ਦੀ ਨਹੀਂ ਹੈ। ਚਲੋ ਆਪਾਂ ਭਾਰਤੀ ਕਰਨਾ ਸ਼ੁਰੂ ਕਰ ਦਿੰਦੇ ਹਾਂ, 10 ਸਾਲ ਹੋ ਗਏ ਮੋਦੀ ਜੀ ਨੂੰ ਆਏ ਨੂੰ, ਇਹ ਮੌਕਾ ਜਿਹੜਾ ਇਹ ਸਵਾਲ ਦੇਖੋ ਇਸ ਕਰਕੇ ਉੱਠ ਰਹੇ ਨੇ ਕਿ ਇਸ ਮੌਕੇ ਤੇ ਉਹਨਾਂ ਨੇ ਇੱਕ INDIA ਬਣਾ ਲਿਆ। ਅਗਰ ਇਹੀ ਗੱਲ ਸੀ ਤਾਂ ਪਹਿਲਾਂ ਕਿਉਂ ਨਹੀਂ ਕੀਤਾ ਗਿਆ? ਜਦੋਂ ਪਹਿਲਾਂ ਨੋਟਬੰਦੀ ਕੀਤੀ ਗਈ, ਨੋਟ ਬਦਲੇ ਗਏ, ਸਾਰਾ ਨਵੇਂ ਨੋਟ ਆਏ, ਹਾਲੇ ਕੁਝ ਸਾਲ ਹੀ ਹੋਏ ਨੇ, ਬਹੁਤ ਟਾਈਮ ਨਹੀਂ, ਔਰ ਇਸੇ ਰਜੀਮ ਦੇ ਅੰਡਰ ਹੋਇਆ, ਨਵੇਂ ਨੋਟ ਆਏ, ਉਸ ਦਿਨ ਹੀ ਇੰਡੀਆ ਦੀ ਜਗ੍ਹਾ ਭਾਰਤ ਕਰ ਦਿੱਤਾ ਜਾਂਦਾ। ਦੇਖੋ ਸਮਟਾਈਮਸ ਇਟ ਹੈਪਨਸ, ਸਾਰੇ ਨੋਟ ਬਦਲਣਗੇ, ਕਰੋੜਾਂ ਅਰਬਾਂ ਖਰਬਾਂ ਰੁਪਏ ਲੱਗੇਗਾ। ਦੇਖੋ ਮੈਂ ਤੁਹਾਨੂੰ ਕਹਿ ਰਹੀ ਹਾਂ, ਉਹ ਇਕਨੋਮੀ ਦਾ ਇੱਕ ਹਿੱਸਾ ਹੈ, ਜੋ ਵੀ ਚੇਂਜਸ ਹੁੰਦੇ ਆ, ਚਾਹੇ ਨਵੇਂ ਨੋਟ ਬਣਾਏ ਜਾਂਦੇ ਆ, ਨਵੀਆਂ ਪਾਲਿਸੀਆਂ, ਨਵੀਆਂ ਬੀਮਾ ਪਾਲਿਸੀਆਂ, ਬੈਂਕਿੰਗ, ਰਿਜ਼ਰਵ ਬੈਂਕ, ਵਰਲਡ ਬੈਂਕ, ਇਹ ਸਾਰੀ ਇਕਨੋਮੀ ਦਾ ਹਿੱਸਾ ਹੈ। ਇਹਦੇ ਵਿੱਚ ਉਹਦੇ ਅੰਦਰ ਇੱਕ ਬਹੁਤ ਵੱਡਾ ਸਿਸਟਮ ਹੁੰਦਾ ਹੈ ਜਿਹੜਾ
ਤੁਸੀਂ ਜਾਂ ਮੇਰੇ ਵਰਗੇ ਅਸੀਂ ਸੈੱਟ ਨਹੀਂ ਕਰ ਸਕਦੇ ਔਰ ਇੱਕ ਸਿਸਟਮ ਅਪਣਾ ਕੇ ਉਸ ਚੀਜ਼ ਨੂੰ ਠੀਕ ਕੀਤਾ ਜਾਂਦਾ ਹੈ। मैम पैसे ਜਿਵੇਂ ना ਕਿ अपनी जेब- ਜਿਵੇਂ देखो, ਨਹੀਂ पैसे एक आम देखो मैं तो एक एग्जांपल देना पैसे ना एक आम बंदे ਦੀ जेब ਚ ਜਾਂਦੇ मान लो ਕਿੱਥੇ ਜਾਣਗੇ, ਇੱਕ ਮਿੰਟ ਕਿੱਥੇ ਜਾਣਗੇ, ਮੈਨੂੰ ਖਰਚਣੇ ਪੈਣਗੇ ਕਿਉਂ ਕਾਰਨ ਦੱਸ ਦੱਸੋ। ਸਾਰਾ ਨਾਲ ਪਹਿਲੀ ਗੱਲ ਅੱਜ ਅਗਰ ਇੰਡੀਆ ਹੋ ਜਾਂਦਾ ਹੈ ਸਾਰਾ ਨਾਲ ਪਹਿਲਾਂ ਮੈਨੂੰ ਪਾਸਪੋਰਟ ਬਣਾਉਣਾ ਪਊਗਾ, ਪਾਸਪੋर्ट रीअप्लाई करूंगा ਉਹਦੇ ਪੈਸੇ ਲੱਗਣਗੇ, ਆਉਂਗਾ ਜਾਊਂਗਾ ਸਾਰਾ ਕੁਝ ਹੋਊਗਾ ਉਹਦੇ ਪੈਸੇ ਲੱਗਣਗੇ। ਪਹਿਲੀ ਚੀਜ਼ DMV ਠੀਕ ਹੈ, ਮੇਰਾ ਲਾਇਸੈਂਸ ਡਰਾਈਵਿੰਗ ਲਾਇਸੈਂਸ, ਮੈਂ ਇੱਕ ਆਮ ਬੰਦੇ ਦੀ ਗੱਲ ਕਰ ਰਿਹਾ ਜਿਹੜਾ ਆਮ ਬੰਦੇ ਡਰਾਈਵਿੰਗ ਲਾਇਸੈਂਸ, ਹੋਰ ਜਿੰਨੀਆਂ ਵੀ ਮੇਰੇ ਸਰਟੀਫਿਕੇਟਸ ਨੇ ਸਾਰਾ ਕੁਝ ਮੈਨੂੰ ਚੇਂਜ ਕਰਵਾਉਣਾ ਪਊਗਾ, ਭਾਰਤ ਕਰਵਾਉਣਾ ਪਊਗਾ, ਮੈਨੂੰ ਰੀਅਪਲਾਈ ਕਰਨਾ ਪਊਗਾ, ਖਜਲ ਖੁਆਰੀ ਹੋਊਗੀ, ਇੱਕ ਦੂਸਰਾ ਆਉਣ ਜਾਣ ਦਾ ਪੈਸਾ ਲੱਗੂਗਾ, ਦੋ ਅਗਰ ਕੋਈ ਕੰਮ ਕਰ ਰਹੇ ਛੁੱਟੀਆਂ ਲੈਣੀਆਂ ਪੈਣਗੀਆਂ, ਤਿੰਨ और अगर नोटबंदी हुई अगर क्योंकि नोट तो बदलने पैणगे ना, नोटबंदी ना कोई चलो एक्सचेंज कर लो, अगर एक्सचेंज होए ठीक है किन्नी की प्रॉब्लम आऊगी, तुसी पहला बहुत ज़्यादा प्रॉब्लम फेस की, अगर वही फेस करनी पई ता प्रॉब्लम। और अगर ये डिसीजन हुंदा है, अगर कहने चलो आप कहने फेज वाइज हो जाए ठीक है, फेज वाइज करो अच्छी गल है, यकदम बदलने की लोड़ नहीं, फेज वाइज भी करोगे ठीक है तो इट विल टेक अ लॉन्ग टाइम, एक साथ एक दो महीने के बीच तो होगा, या तो ड्रास्टिक चेंज होएगा या अगर धीरे धीरे होएगा तो फिर तो रौला पाने की लोड़ ही नहीं। ਮੇਰੀ ਗੱਲ आम बंदा की ਫਸਟ ਆਫ ਆਲ ਮੈਂ ਇੰਨਾ ਕਦ ਨਹੀਂ ਮੇਰਾ ਕਿ ਮੈਂ ਜੱਜ ਕਰ ਸਕਾਂ ਜਾਂ ਮੈਂ ਕੋਈ ਡਿਸੀਜਨ ਤੁਹਾਨੂੰ ਦੇ ਸਕਾਂ ਵੀ ਇਹ ਕਿਸ ਤਰ੍ਹਾਂ ਹੋਏਗਾ जी ਠੀਕ ਹੈ ਨਾ, नहीं होता किसी को नहीं किस तरह यू डोंट नो आई आल्सो डोंट नो सेम हियर ठीक है। और यू कैन नॉट से कि एक सिस्टम ਨੂੰ ਪਤਾ ਜਿਨ੍ਹਾਂ ਨੇ ਸਿਸਟਮ ਲੈ ਕੇ ਆਉਣਾ ਉੱਥੇ ਦੇਖੋ ਇਸ ਤਰ੍ਹਾਂ ਤਾਂ ਹੈ ਨਹੀਂ ਕਿ ਕਹਿਤਾ ਔਰ ਹੋ ਗਿਆ ਹੈ ਨਾ, ਇਸ ਤਰ੍ਹਾਂ ਨਹੀਂ ਹੁੰਦਾ, ਇੱਕ ਸਿਸਟਮ ਹੋਏਗਾ, ਪ੍ਰੋਪਰ ਬਿੱਲ ਰੱਖਿਆ ਜਾਂਦਾ, ਪ੍ਰੋਪਰ ਸਿਸਟਮ ਹੁੰਦਾ, ਇਹ ਨਹੀਂ ਹੁੰਦਾ ਮੈਂ ਘਰੇ ਬੈਠੇ ਵੀਨੂ ਗੋਇਲ ਨੇ ਮਾਈਕ ਤੇ ਕਹਿਤਾ ਅੱਜ ਐਂ ਹੋਊਗਾ ਔਰ ਅੱਜ ਇੱਥੇ ਮੇਰੇ ਏਰੀਆ ਦੇ ਵਿੱਚ ਇਸ ਤਰ੍ਹਾਂ ਹੋ ਜਾਏਗਾ, ਇਸ ਤਰ੍ਹਾਂ ਨਹੀਂ, ਸਿਸਟਮ ਹੋਏਗਾ ਕਿ ਮੀਟਿੰਗ ਬੈਠੇਗੀ, ਬਿੱਲ ਪਾਸ ਹੋਏਗਾ ਔਰ ਕਿਸ ਤਰ੍ਹਾਂ ਹੋਏਗਾ, ਕੀ ਉਸ 'ਚ ਚੇਂਜ ਹੋ ਸਕਦਾ ਹੈ, ਕੀ ਉਸ 'ਚ ਐਡ ਕਰਨਾ ਹੈ, ਕੀ ਉਸ 'ਚ ਮਾਈਨਸ ਕਰਨਾ ਹੈ, ਲੈਟ ਅਸ ਤੁਸੀਂ ਵੀ ਦੇਖੋਗੇ ਮੈਂ ਵੀ ਦੇਖੂੰਗੀ। ਚਲੋ ਇਹ ਸੀ ਡਿਸਕਸ਼ਨ, ਅਸੀਂ ਇਹ ਡਿਸਕਸ਼ਨ ਕੀਤੀ, ਮੈਨੂੰ ਨਹੀਂ ਲੱਗਦਾ ਕਿ ਅੱਜ ਦੀ ਡੇਟ ਦੇ ਵਿੱਚ ਜੋ ਇਨਫੋਰਮੇਸ਼ਨ ਆ ਰਹੀ ਹੈ ਜਾਂ ਬਿੱਲ ਆ ਵੀ ਰਿਹਾ ਕਿ ਨਹੀਂ ਆ ਰਿਹਾ ਨਹੀਂ ਪਤਾ, ਇਸ ਵਾਲੀ ਡਿਸਕਸ਼ਨ ਚੱਲ ਰਹੀ ਹੈ, लेकिन ये डिस्कशन बहुत लंबी है, बहुत लंबी कदम वाली है। भारत दिल नाल जुड़िया है, बिल्कुल जुड़िया है, इंडिया दिल नाल जुड़िया है, बिल्कुल जुड़िया है, क्योंकि आप बहुत बारी जो रूट करते हैं इंडिया किसी भी चीज़ से इंडिया करते हैं, शायद अगर भारत हो गया तो फिर उन्हें बदलना पड़ेगा, थोड़ी आदत बदलनी पड़ेगी। भारत भारतीय आप पहले ही सीगे, वेट करांगे की फैसला होंदा है, कैबिनेट दे विच की फैसला होंदा है, पार्लीमेंट दे विच की बिल आता है, की स्पैशल सदन दे विच बाकी ऐसे बिल वास्ते उस सदन बुलाया गया या किसी और चीज़ वास्ते बुलाया गया। ये सी साडी रिपोर्ट। विनू जी नाल गलबात हुई, इन्हां दा शुक्रिया करते हैं, तुहाडा भी शुक्रिया, धन्यवाद, थैंक यू।